ਹੈਲੋ ਗਾਇਸ, ਹੋਪਫੁਲੀ ਸਾਰੇ ਵਧੀਆ ਹੋਣਗੇ। ਅੱਜ ਇੱਕ ਬੜੇ ਡਿਫਰੈਂਟ ਜਿਹੇ ਟੌਪਿਕ 'ਤੇ ਵੀਡੀਓ ਕਰਨ ਜਾ ਰਹੇ ਹਾਂ ਅਤੇ ਟੌਪਿਕ ਹੈ ਕਿ ਵਟ ਇਜ਼ ਦ ਡਿਫਰੈਂਸ ਬਿਟਵੀਨ ਅ ਰੈਵੋਲੂਸ਼ਨਰੀ ਐਂਡ ਅ ਪੋਲੀਟੀਸ਼ੀਅਨ। ਐਂਡ ਇਹ ਟੌਪਿਕ ਚੂਜ਼ ਕਰਨ ਦੇ ਪਿੱਛੇ ਇੱਕ ਬੜਾ ਡੀਪ ਮੀਨਿੰਗ ਹੈ। ਉਹਦਾ ਰੀਜ਼ਨ ਕੀ ਹੈ? ਉਹਦਾ ਰੀਜ਼ਨ ਇਹ ਹੈ ਕਿ ਜਿਹੜੀ ਸਾਡੀ ਕਮਿਊਨਿਟੀ ਹੈ, ਜਿਹੜੇ ਸਾਡੇ ਲੋਕ ਨੇ, ਇਹਨਾਂ ਵਿੱਚ ਇੱਕ ਬੜੀ, ਤੁਸੀਂ ਮਾੜੀ ਗੱਲ ਹੀ ਕਹਿ ਸਕਦੇ ਹੋ। ਖੈਰ, ਉਹਦਾ ਕੀ ਹੈ ਕਿ ਇਹ 1 ਸੈਕਿੰਡ ਦੇ ਵਿੱਚ ਕਿਸੇ ਨੂੰ ਵੀ ਅਰਸ਼ 'ਤੇ ਬਿਠਾ ਦਿੰਦੇ ਆ ਅਤੇ ਦੂਜੇ ਸੈਕਿੰਡ ਉਹਨੂੰ ਫਰਸ਼ 'ਤੇ ਲਾ ਦਿੰਦੇ ਆ। ਜੇ ਕਿਸੇ ਦਾ ਕੋਈ ਕੀਤਾ ਕੰਮ ਵਧੀਆ ਲੱਗਦਾ ਤਾਂ ਦਿਨੋਂ ਦਿਨੀ ਉਹਨੂੰ ਰੱਬ ਬਣਾ ਦਿੱਤਾ ਜਾਂਦਾ, ਅਤੇ ਜੇ ਕਿਸੇ ਉਸੇ ਹੀ ਰੱਬ ਦੀ ਕੋਈ ਗੱਲ ਵਧੀਆ ਨਾ ਲੱਗੇ, ਉਹਨੇ ਇੱਕ ਅੱਧੀ ਗੱਲ ਇਹੋ ਜਿਹੀ ਕਰਤੀ ਜਿਹੜੀ ਸ਼ਾਇਦ ਲੋਕਾਂ ਨਾਲ ਕੌਂਟਰਾਡਿਕਟ ਕਰਦੀ ਹੋਵੇ, ਲੋਕਾਂ ਦੇ ਸੋਚਣ ਦੇ ਤਰੀਕੇ ਨਾਲ ਕੌਂਟਰਾਡਿਕਟ ਕਰਦੀ ਹੋਵੇ, ਤਾਂ ਉਹਨੂੰ ਫਰਸ਼ 'ਤੇ ਸਿੱਟ ਲਿਆ ਜਾਂਦਾ ਵਾ। ਬੇਸਿਕਲੀ ਆਰ ਪ੍ਰੋਬਲਮ ਇਜ਼ ਦੈਟ ਵੀ ਹੈਵ ਇੱਕ ਜਿਹੜਾ ਗੋਡ ਫੈਕਟਰ ਆ, ਉਹ ਸਾਡੀ ਪ੍ਰੋਬਲਮ ਹੈ ਕਿ ਅਸੀਂ ਲੋਕਾਂ ਨੂੰ ਰੱਬ ਬਣਾ ਲੈਂਦੇ ਹਾਂ। ਦੈਟ ਇਜ਼ ਆਵਰ ਪ੍ਰੋਬਲਮ। ਅਤੇ ਉਹਦੇ ਵਿੱਚ ਫਿਰ ਕੀ ਹੁੰਦਾ ਵਾ ਕਿ ਵੀ ਮਿਕਸ ਰੈਵੋਲੂਸ਼ਨਰੀ ਐਂਡ ਪੋਲੀਟੀਸ਼ੀਅਨਸ। ਠੀਕ ਹੈ, ਰੈਵੋਲੂਸ਼ਨਰੀ ਅਤੇ ਜਿਹੜੇ ਪੋਲੀਟੀਸ਼ੀਅਨ ਹੈ, ਇਹ ਦੋ ਡਿਫਰੈਂਟ ਬਰੀਡਸ ਹੁੰਦੀਆਂ ਵਾ। ਦੇਰ ਇਜ਼ ਅ ਪੋਸੀਬਿਲਿਟੀ ਕਿ ਇੱਕ ਜਿਹੜਾ ਰੈਵੋਲੂਸ਼ਨਰੀ ਆ ਉਹ ਪੋਲੀਟੀਸ਼ੀਅਨ ਬਣ ਜਾਏ, ਜਾਂ ਇੱਕ ਜਿਹੜਾ ਪੋਲੀਟੀਸ਼ੀਅਨ ਹੈ ਉਹ ਰੈਵੋਲੂਸ਼ਨਰੀ ਬਣ ਜਾਏ, ਬਟ ਇਹ ਬਹੁਤ ਰੇਅਰ ਹੁੰਦਾ ਵਾ। ਇਟਸ ਲਾਈਕ ਕੰਪੇਅਰਿੰਗ ਅ ਡੋਗ ਐਂਡ ਅ ਲਾਇਨ, ਟੂ ਡਿਫਰੈਂਟ ਥਿੰਗਸ। ਅਤੇ ਅੱਜ ਆਪਾਂ ਇਸੇ 'ਤੇ ਹੀ ਗੱਲ ਕਰਨੀ ਹੈ। ਇਸੇ 'ਤੇ ਹੀ ਗੱਲ ਕਿਉਂ ਕਰਨੀ ਹੈ? ਕਿਉਂਕਿ ਵੀ ਆਰ ਕਨਫਿਊਜ਼ਡ ਇਨ ਬਿਟਵੀਨ। ਸਾਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਵੀ ਇਹ ਰੈਵੋਲੂਸ਼ਨਰੀ ਹੈ ਜਾਂ ਪੋਲੀਟੀਸ਼ੀਅਨ ਆ। ਜੇ ਸਾਨੂੰ ਇਸ ਚੀਜ਼ ਦਾ ਪਤਾ ਲੱਗੇ ਤਾਂ ਅਸੀਂ ਜਿਹੜੇ ਸਾਡੇ ਪੋਲੀਟੀਸ਼ੀਅਨ ਆ, ਅਸੀਂ ਉਹਨਾਂ ਨੂੰ ਰੱਬ ਨਾ ਬਣਾ ਲਈਏ ਅਤੇ ਸਾਡੇ ਸਮਾਜ ਨੂੰ ਇੰਨੇ ਲੰਮੇ ਟਾਈਮ ਵਾਸਤੇ ਗੁਰਬਤ ਦੇਖਣੀ ਨਾ ਪੈ ਜਾਵੇ। ਸੋ ਕੁਛ ਪੁਆਇੰਟ ਆਪਾਂ ਇਹਦੇ ਵਿੱਚ ਕਰਨੇ ਆ ਡਿਸਕਸ, ਐਂਡ ਆਈ ਕੁਡ ਬੀ ਰੋਂਗ, ਦੇਰ ਇਜ਼ ਅ ਪੋਸੀਬਿਲਿਟੀ ਕਿ ਕਿਸੇ ਪੁਆਇੰਟ ਨੂੰ ਮੈਂ ਗਲਤ ਬੋਲ ਦੇਵਾਂ, ਜਾਂ ਜਿਹੜੀ ਮੇਰੀ ਅਸੈਸਮੈਂਟ ਹੈ ਉਹ ਗਲਤ ਹੋ ਜਾਵੇ, ਐਂਡ ਦੈਟ ਇਜ਼ ਪਰਫੈਕਟਲੀ ਫਾਈਨ, ਬਿਕੋਜ਼ ਵਟ ਆਈ ਵਾਂਟ ਟੈਲ ਯੂ ਇਜ਼ ਮਾਈ ਨੈਰੇਟਿਵ ਆਫ ਥਿੰਗਸ। ਠੀਕ ਹੈ, ਐਂਡ ਉਹ ਜਿਹੜਾ ਨੈਰੇਟਿਵ ਹੈ ਉਹ ਕਿੱਥੋਂ ਸਿਰਜਿਆ ਜਾ ਰਿਹਾ? ਉਹ ਨੈਰੇਟਿਵ ਸਿਰਜਿਆ ਜਾ ਰਿਹਾ ਜਿੰਨਾ ਕੁ ਮੈਂ ਰੈਵੋਲੂਸ਼ਨਰੀਜ਼ ਨੂੰ ਪੜ੍ਹਿਆ ਵਾ, ਜਿਵੇਂ ਕਰਤਾਰ ਸਿੰਘ ਸਰਾਭਾ ਹੋ ਗਏ, ਊਧਮ ਸਿੰਘ ਹੋ ਗਏ, ਸ਼ਹੀਦ ਭਗਤ ਸਿੰਘ ਹੋ ਗਏ, ਗਦਰੀ ਬਾਬੇ ਹੋ ਗਏ, ਹੈ ਨਾ। all those revolutionaries ਜਿਨ੍ਹਾਂ ਨੂੰ ਅਸੀਂ ਸ਼ਹੀਦ ਮੰਨਦੇ ਹਾਂ। ਅਤੇ ਜਿਹੜੀ ਪੋਲੀਟੀਸ਼ੀਅਨ ਦੀ ਫੀਡਬੈਕ ਆ, ਉਹ ਯੂ ਗੋ ਔਨ YouTube ਐਂਡ ਯੂ ਫਾਈਂਡ ਅ ਲੋਟ ਆਫ ਦੋਜ਼ ਪੋਲੀਟੀਸ਼ੀਅਨਸ। ਐਂਡ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਸਾਨੂੰ ਜਿਹੜੇ ਇਹ ਪੋਲੀਟੀਸ਼ੀਅਨਸ ਨੇਗੇ, ਸ਼ਾਇਦ ਸਾਡੀਆਂ ਪਹਿਲੀਆਂ ਜਨਰੇਸ਼ਨਸ ਨੂੰ ਇਹਨਾਂ ਪੋਲੀਟੀਸ਼ੀਅਨਸ ਦਾ ਉਹਨਾਂ ਨਹੀਂ ਸੀ ਪਤਾ, ਸਾਨੂੰ ਸ਼ਾਇਦ ਉਹਨਾਂ ਦਾ ਜ਼ਿਆਦਾ ਪਤਾ ਹੈ। ਸਾਡੀ ਜਿਹੜੀ ਇੰਟਰੈਕਸ਼ਨ ਹੈ ਇੱਕ ਕਾਮਨ ਮੈਨ ਦੀ, ਉਹ ਪੋਲੀਟੀਸ਼ੀਅਨਸ ਨਾਲ ਇੰਟਰੈਕਸ਼ਨ ਪਿਛਲੀ ਜਨਰੇਸ਼ਨਸ ਤੋਂ ਵੱਧ ਗਈ ਹੈ। ਠੀਕ ਹੈ, ਅਤੇ ਇਹਦਾ ਜਿਹੜਾ ਨਤੀਜਾ ਵਾ ਉਹ ਸਾਨੂੰ ਜਿਹੜੀਆਂ ਰੀਸੈਂਟ ਇਲੈਕਸ਼ਨਸ ਨੇ, ਇਹਨਾਂ ਵਿੱਚ ਦੇਖਣ ਨੂੰ ਵੀ ਮਿਲਦਾ ਕਿ ਵੱਡੇ ਵੱਡੇ ਨਾਮ ਹਾਰ ਗਏ ਜਿਹੜੇ ਕਦੇ ਹਾਰੇ ਨਹੀਂ ਸੀ, ਐਂਡ ਅਨਨੋਨ ਬੰਦੇ ਜਿੱਤ ਗਏ। ਕਿਉਂਕਿ ਜਿਹੜਾ ਕਾਮਨ ਮੈਨ ਐਂਡ ਪੋਲੀਟੀਸ਼ੀਅਨ ਦਾ ਜਿਹੜਾ ਇੰਟਰਫੇਸ ਹੈ, ਠੀਕ ਹੈ, ਉਹਦੀ ਫਰੀਕੁਐਂਸੀ ਬਹੁਤ ਵੱਧ ਗਈ ਹੈ। ਸਾਨੂੰ ਪਤਾ ਲੱਗ ਗਿਆ ਕਿ ਕਿਹੜਾ ਪੋਲੀਟੀਸ਼ੀਅਨ ਕਿਸ ਟੌਪਿਕ 'ਤੇ ਕੀ ਸੋਚਦਾ, ਅਸੀਂ ਕਿਸ ਨੂੰ ਪਸੰਦ ਕਰਨਾ, ਕਿਸ ਨੂੰ ਪਸੰਦ ਨਹੀਂ ਕਰਨਾ ਹੈਗਾ, ਐਟਸੈਟਰਾ ਐਟਸੈਟਰਾ। ਸੋ ਬਟ ਆਈ ਥਿੰਕ ਫਿਰ ਵੀ ਹਜੇ ਵੀ ਸਾਨੂੰ ਵੀ ਆਰ ਸਟਿਲ ਕਨਫਿਊਜ਼ਡ ਰੈਵੋਲੂਸ਼ਨਰੀ ਐਂਡ ਪੋਲੀਟੀਸ਼ੀਅਨਸ। ਇਹਨਾਂ ਵਿੱਚ ਸਾਨੂੰ ਡਿਫਰੈਂਸ ਪਤਾ ਹੋਣਾ ਚਾਹੀਦਾ ਵਾ, ਕਿਉਂਕਿ ਜੇ ਸਾਨੂੰ ਡਿਫਰੈਂਸ ਪਤਾ ਹੋਊਗਾ ਤਾਂ ਸਾਡੇ ਵਿੱਚ ਜਿਹੜਾ ਗੋਡ ਫੈਕਟਰ ਪ੍ਰੋਬਲਮ ਹੈਗੀ ਹੈ ਨਾ, ਉਹ ਸ਼ਾਇਦ ਅਸੀਂ ਉਹਨੂੰ ਕਿਸੇ ਹੱਦ ਤੱਕ ਘਟਾ ਸਕਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਰੈਵੋਲੂਸ਼ਨਰੀਜ਼ ਦੀ। ਪਹਿਲਾਂ ਤਾਂ ਜਿਹੜੇ ਰੈਵੋਲੂਸ਼ਨਰੀ ਹੁੰਦੇ ਆ ਨਾ, ਤੁਸੀਂ ਦੁਨੀਆ ਦਾ ਕੋਈ ਵੀ ਰੈਵੋਲੂਸ਼ਨਰੀ ਚੱਕੋ, ਚਾਹੇ ਉਹ ਕਮਿਊਨਿਜ਼ਮ ਤੋਂ ਆਉਂਦਾ, ਚਾਹੇ ਉਹ ਇੰਡੀਅਨ ਰੈਵੋਲੂਸ਼ਨ ਤੋਂ ਆਉਂਦਾ, ਫਰੈਂਚ ਰੈਵੋਲੂਸ਼ਨ ਤੋਂ ਆਉਂਦਾ, ਕਿਸੇ ਵੀ ਰੈਵੋਲੂਸ਼ਨ ਤੋਂ ਆਉਂਦਾ, ਜਿਹੜੇ ਤੁਹਾਡੇ ਫਿਲਾਸਫਰ ਹੋਏ ਆ, ਇਹ ਵੀ ਬਹੁਤ ਵੱਡੇ ਵੱਡੇ ਜਿਹੜੇ ਫਿਲਾਸਫਰ ਨੇ, ਰੈਵੋਲੂਸ਼ਨਰੀ ਹੀ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ, ਜਿਵੇਂ ਸੋਕਰਟੀਜ਼ ਸੀ, ਪਲੇਟੋ ਸੀ। ਠੀਕ ਹੈ, ਅਤੇ ਇਹਨਾਂ ਦੀ ਇੱਕ ਖਾਸੀਅਤ ਹੁੰਦੀ ਹੈ, ਜਦੋਂ ਇਹਨਾਂ ਨੇ ਗਲਤੀ ਪੁਆਇੰਟ ਆਊਟ ਕਰਨੀ ਹੁੰਦੀ ਆ, ਇਹ ਸਮਾਜਿਕ ਗਲਤੀਆਂ ਪੁਆਇੰਟ ਆਊਟ ਕਰਦੇ ਆ, ਸੋਸ਼ਲ ਐਂਡ ਇੰਡੀਵਿਜੂਅਲ ਦੀਆਂ ਗਲਤੀਆਂ ਪੁਆਇੰਟ ਆਊਟ ਕਰਦੇ ਆ। ਉਹਦਾ ਰੀਜ਼ਨ ਕੀ ਹੁੰਦਾ? ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਕਿ ਜਿੰਨਾ ਤੱਕ ਅਸੀਂ ਸੋਸ਼ਲ ਐਂਡ ਇੱਕ ਇੰਡੀਵਿਜੂਅਲ ਦੀ ਜਿਹੜੀਆਂ ਪ੍ਰੋਬਲਮਸ ਨੇ, ਜਿਹੜੀਆਂ ਗਲਤੀਆਂ ਨੇ, ਜੇ ਅਸੀਂ
ਉਹਨਾਂ ਨੂੰ ਪੁਆਇੰਟ ਆਊਟ ਨਹੀਂ ਕਰਾਂਗੇ, ਉਹਨਾਂ ਨੂੰ ਸੋਲਵ ਨਹੀਂ ਕਰਾਂਗੇ ਤਾਂ ਸਮਾਜ ਬਿਹਤਰ ਨਹੀਂ ਹੋ ਸਕਦਾ। ਜਿੰਨਾ ਤੱਕ ਸਮਾਜ ਬਿਹਤਰ ਨਹੀਂ ਹੋ ਸਕਦਾ ਉਹਨਾਂ ਤੱਕ ਉਹ ਸਮਾਜ ਜਿਹੜਾ ਵਾ ਅੱਛਾ ਲੀਡਰ ਪ੍ਰੋਡਿਊਸ ਨਹੀਂ ਕਰ ਸਕਦਾ। ਐਂਡ ਅੱਛੇ ਲੀਡਰ ਤੋਂ ਬਗੈਰ ਜਿਹੜਾ ਸਮਾਨ ਆ ਉਹ ਇੱਕ ਐਬਸ ਦੇ ਵਿੱਚ ਜਾ ਕੇ ਡਿੱਗੂਗਾ, ਠੀਕ ਹੈ, ਬੋਟਮਲੈਸ ਪਿਟ ਦੇ ਵਿੱਚ ਜਾ ਕੇ ਡਿੱਗੂਗਾ, ਜਿਹਦੇ ਤੋਂ ਉਹਦੀ ਰਿਕਵਰੀ ਮਤਲਬ ਬਹੁਤ ਇੰਪੋਸੀਬਲ ਹੋ ਜੂਗੀ। ਜਿਹੜਾ ਉੱਥੇ ਪੋਲੀਟੀਸ਼ੀਅਨ ਹੈ ਜਦੋਂ ਉਹਨੇ ਗਲਤੀ ਕੱਢਣੀ ਹੁੰਦੀ ਆ, ਉਹ ਸਮਾਜਿਕ ਅਤੇ ਇੰਡੀਵਿਜੂਅਲ ਬੁਰਾਈਆਂ ਦੀ ਗੱਲ ਨਹੀਂ ਕਰਦਾ ਹੈਗਾ। ਉਹ ਆਪਣਾ ਜਿਹੜਾ ਓਪੋਨੈਂਟ ਹੁੰਦਾ ਵਾ ਉਹਦੀਆਂ ਬੁਰਾਈਆਂ ਦੀ ਗੱਲ ਕਰਦਾ, ਉਹਦੀਆਂ ਪ੍ਰੋਬਲਮਸ ਦੀ ਗੱਲ ਕਰਦਾ ਵਾ। ਐਂਡ ਉਹ ਕੰਪੇਅਰ ਕਰਦਾ ਕਿ ਯਾਰ ਉਹ ਬੰਦੇ ਵਿੱਚ ਆਹ ਪ੍ਰੋਬਲਮ ਹੈ, ਠੀਕ ਹੈ, ਅਤੇ ਮੇਰੇ ਵਿੱਚ ਉਹ ਪ੍ਰੋਬਲਮ ਨਹੀਂ ਹੈਗੀ, ਦੈਟਸ ਵਾਈ ਆਈ ਐਮ ਬੈਟਰ, ਠੀਕ ਹੈ। ਜਿੱਦਾਂ ਆਪਾਂ ਭਗਵੰਤ ਮਾਨ ਜੋ ਪੰਜਾਬ ਦੇ ਕਰੰਟ CM ਨੇ, ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਕਿ ਉਹਨਾਂ 'ਤੇ ਦੋਸ਼ ਲਾਇਆ ਜਾਂਦਾ ਸੀ ਕਿ ਜੀ ਸ਼ਰਾਬ ਪੀਂਦਾ, ਠੀਕ ਹੈ, ਜਦ ਕਿ ਕੋਈ ਵੀ ਇਹੋ ਜਿਹਾ ਪੰਜਾਬੀ ਗਾਣਾ ਨਹੀਂ ਹੁੰਦਾ ਜਿਹਦੇ ਵਿੱਚ ਅਫੀਮ ਦੀ ਗੱਲ ਨਹੀਂ ਹੁੰਦੀ, ਸ਼ਰਾਬ ਦੀ ਗੱਲ ਨਹੀਂ ਹੁੰਦੀ। ਸੋ ਪੋਲੀਟੀਸ਼ੀਅਨਸ ਇਹ ਕਰਦੇ ਆ ਬਿਕੋਜ਼ ਦੇ ਵਾਂਟ ਟੂ ਪ੍ਰੂਵ ਦੈਟ ਆਈ ਐਮ ਬੈਟਰ ਦੈਨ ਅ ਸਰਟਨ ਪਰਸਨ। ਜਿਹੜਾ ਰੈਵੋਲੂਸ਼ਨਰੀ ਹੁੰਦਾ ਉੱਥੇ ਹੀ ਉਹ ਸਮਾਜਿਕ ਅਤੇ ਇੰਡੀਵਿਜੂਅਲ ਬੁਰਾਈਆਂ ਦੀ ਗੱਲ ਇਸ ਕਰਕੇ ਕਰਦਾ ਵਾ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਉਹ ਵੀ ਸਮਾਜ ਦਾ ਹਿੱਸਾ ਵਾ, ਅਤੇ ਉਹ ਆਪਣੇ ਆਪ ਨਾਲ ਜਦ ਗੱਲ ਕਰਦਾ, ਜਿਹੜੀ ਪ੍ਰੋਬਲਮ ਉਹਨੂੰ ਆਪਣੇ ਆਪ ਵਿੱਚ ਦਿਖਦੀ ਹੈ, ਦੇयर ਇਜ਼ ਅ ਪੋਸੀਬਿਲਿਟੀ ਕਿ ਉਹੀ ਪ੍ਰੋਬਲਮ ਸਮਾਜ ਦੇ ਵਿੱਚ ਵੀ ਹੋਵੇ ਕਿਉਂਕਿ ਉਸੇ ਸਮਾਜ 'ਚੋਂ ਆ ਰਿਹਾ, ਉਹਦੇ ਆਸੇ ਪਾਸੇ ਜਿਹੜੇ ਲੋਕ ਫਿਰਦੇ ਆ ਉਹਨਾਂ ਵਿੱਚ ਉਹ ਪ੍ਰੋਬਲਮ ਹੋਵੇ। ਤਾਂ ਕਿਉਂਕਿ ਉਹਨੂੰ ਉਹ ਪ੍ਰੋਬਲਮਸ ਪਤਾ ਹੁੰਦੀਆਂ, ਉਹਨਾਂ ਪ੍ਰੋਬਲਮਸ ਦੀ ਗੱਲ ਕਰਦਾ ਵਾ। ਹੋਰ ਰੈਵੋਲੂਸ਼ਨਰੀਜ਼ ਦੀ ਕੀ ਪਛਾਣ ਹੁੰਦੀ ਆ? ਰੈਵੋਲੂਸ਼ਨਰੀਜ਼ ਜਿਹੜੇ ਹੁੰਦੇ ਆ ਉਹ ਡਿਫਰੈਂਟ ਆਈਡੀਓਲੋਜੀਜ਼ ਦੀ ਰਿਸਪੈਕਟ ਕਰਦੇ ਆ। ਰਿਸਪੈਕਟ ਕਰਨ ਤੋਂ ਭਾਵ ਇਹ ਨਹੀਂ ਹੁੰਦਾ ਕਿ ਉਹਨਾਂ ਦੀ ਆਈਡੀਓਲੋਜੀ ਅਪਣਾ ਲੈਂਦੇ ਆ। ਜੇ ਕਿਸੇ ਦੀ ਕੋਈ ਸਰਟਨ ਆਈਡੀਓਲੋਜੀ ਆ ਤਾਂ ਉਹਨੂੰ ਉਹ ਇੱਕ ਸਰਟਨ ਸਪੇਸ ਦਿੰਦੇ ਆ, ਠੀਕ ਹੈ, ਜਿਹਦੇ ਵਿੱਚ ਉਹ ਆਈਡੀਓਲੋਜੀ ਜਿਹੜੀ ਹੈ ਉਹ ਪ੍ਰਫੁੱਲਿਤ ਹੋ ਸਕੇ, ਗਰੋ ਕਰ ਸਕੇ। ਐਂਡ ਜੇ ਉਹਨਾਂ ਨੂੰ ਲੱਗਦਾ ਕਿ ਕਿਸੇ ਆਈਡੀਓਲੋਜੀ ਦੇ ਵਿੱਚ ਕੋਈ ਗਲਤੀ ਹੈ ਤਾਂ ਉਹ 'ਤੇ ਕਟਾਕਸ਼ ਕਰਦੇ ਆ। ਕਟਾਕਸ਼ ਕਹਿਣ ਤੋਂ ਭਾਵ ਕਿ ਜਿਹਨੂੰ ਤੁਸੀਂ ਪੋਜ਼ੀਟਿਵ ਕ੍ਰਿਟਿਸਿਜ਼ਮ ਕਹਿ ਸਕਦੇ ਹੋ, ਠੀਕ ਹੈ। ਪੋਜ਼ੀਟਿਵ ਕ੍ਰਿਟਿਸਿਜ਼ਮ ਕੀ ਹੁੰਦਾ? ਪੋਜ਼ੀਟਿਵ ਕ੍ਰਿਟਿਸਿਜ਼ਮ ਹੁੰਦਾ ਜਦੋਂ ਤੁਸੀਂ ਕਿਸੇ ਨੂੰ ਕ੍ਰਿਟਿਸਾਈਜ਼ ਕਰਦੇ ਹੋ ਇਨ ਅ ਪੋਜ਼ੀਟਿਵ ਵੇ ਸੋ ਇਟ ਕੈਨ ਗਰੋ ਔਰ ਇਟ ਕੈਨ ਬਿਕਮ ਬੈਟਰ, ਠੀਕ ਹੈ। ਜਿਵੇਂ ਅਸੀਂ ਸਮਾਜਿਕ ਬੁਰਾਈਆਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਹਨਾਂ 'ਤੇ ਕ੍ਰਿਟਿਸਾਈਜ਼ ਕਰਕੇ ਕਰਦੇ ਹਾਂ ਤਾਂ ਕਿ ਅਸੀਂ ਉਹਨਾਂ ਨੂੰ ਫਿਕਸ ਕਰ ਸਕੀਏ ਅਤੇ ਸਮਾਜ ਬਿਹਤਰ ਹੋ ਸਕੇ। ਜਿਹੜਾ ਪੋਲੀਟੀਸ਼ੀਅਨ ਹੁੰਦਾ ਨਾ ਉਹ ਨੈਗੇਟਿਵ ਕ੍ਰਿਟਿਸਿਜ਼ਮ ਕਰਦਾ ਹੁੰਦਾ। ਉਹ ਨੈਗੇਟਿਵ ਕ੍ਰਿਟਿਸਿਜ਼ਮ ਕੀ ਹੁੰਦਾ ਕਿ ਜਦੋਂ ਤੁਸੀਂ ਕਿਸੇ ਦੀ ਗੱਲ ਕਰਨੀ ਹੈ ਤਾਂ ਕਿ ਤੁਸੀਂ ਉਹਦੇ ਡਾਊਨਫਾਲ ਵੱਲ ਉਹਨੂੰ ਲੈ ਕੇ ਜਾ ਸਕੋ, ਤਾਂ ਕਿ ਤੁਸੀਂ ਉਹਨੂੰ ਨੀਵਾਂ ਦਿਖਾ ਸਕੋ, ਤੁਸੀਂ ਉਹਦੀ ਡਿਸਰਿਸਪੈਕਟ ਕਰ ਸਕੋ। ਅਤੇ ਜਿਹੜਾ ਪੋਲੀਟੀਸ਼ੀਅਨ ਹੁੰਦਾ ਇਹ ਸਿਰਫ ਆਪਣੀ ਆਈਡੀਓਲੋਜੀ ਦੀ ਰਿਸਪੈਕਟ ਕਰਦਾ ਵਾ, ਠੀਕ ਹੈ, ਫਰੋਮ ਵਿਚ ਐਵਰ ਆਈਡੀਓਲੋਜੀ ਇਟ ਕਮਸ, ਇਹ ਸਿਰਫ ਉਹਦੀ ਰਿਸਪੈਕਟ ਕਰਦਾ ਵਾ। ਅਤੇ ਜਦੋਂ ਇਹ ਆਈਡੀਓਲੋਜੀ ਚੇਂਜ ਕਰਦਾ ਵਾ, ਠੀਕ ਹੈ, ਤਾਂ ਇਹ ਆਪਣੀ ਪੁਰਾਣੀ ਆਈਡੀਓਲੋਜੀ ਛੱਡਣ ਨੂੰ 1 ਮਿੰਟ ਨਹੀਂ ਲਾਉਂਦਾ ਹੈਗਾ। ਜਿਵੇਂ ਆਪਾਂ ਦੇਖਦੇ ਹਾਂ ਪੋਲੀਟੀਸ਼ੀਅਨਸ ਪਾਰਟੀਜ਼ ਸਕਿਪ ਕਰਦੇ ਆ ਨਾ, ਇੱਕ ਪਾਰਟੀ ਤੋਂ ਦੂਜੀ ਪਾਰਟੀ 'ਤੇ ਜੰਪ ਕਰਨ ਨੂੰ ਮਿੰਟ 2 ਲਾਉਂਦੇ ਆ। ਜਿਹੜਾ ਤੁਹਾਡਾ ਰੈਵੋਲੂਸ਼ਨਰੀ ਹੋਊਗਾ ਉਹਦੇ ਵਿੱਚ ਕੀ ਹੁੰਦਾ ਵਾ ਕਿ ਉਹ ਡਿਫਰੈਂਟ ਤਰੀਕੇ ਦੀ ਇਨਫੋਰਮੇਸ਼ਨ ਜਿਹੜੀ ਹੁੰਦੀ ਆ ਉਹਨੂੰ ਕੰਜ਼ਿਊਮ ਕਰਨ ਦੀ ਕੋਸ਼ਿਸ਼ ਕਰਦਾ। ਉਹਦਾ ਰੀਜ਼ਨ ਕੀ ਹੁੰਦਾ? ਕਿਉਂਕਿ ਰੈਵੋਲੂਸ਼ਨਰੀਜ਼ ਜਿਹੜੇ ਹੁੰਦੇ ਆ ਉਹਨਾਂ ਦੀ, ਜਿਵੇਂ ਮੈਂ ਪਹਿਲਾਂ ਵੀ ਕਿਹਾ ਵਾ ਕਿ ਸੋਸ਼ਲ ਐਂਡ ਇੰਡੀਵਿਜੂਅਲ ਪ੍ਰੋਬਲਮ, ਉਹਨਾਂ ਦੀ ਜਿਹੜੀ ਦੁਸ਼ਮਣ ਹੁੰਦੀ ਹੈ ਇਹ ਚੀਜ਼ ਹੁੰਦੀ ਹੈ। ਸੋ ਜਦੋਂ ਇਨਫੋਰਮੇਸ਼ਨ ਅਤੇ ਜਿਹੜੀ ਨੌਲੇਜ ਕੰਜ਼ਿਊਮ ਕਰਨ ਨਾਲ ਕੀ ਹੁੰਦਾ, ਤੁਹਾਨੂੰ ਤੁਹਾਡੇ ਸਮਾਜ ਦੀ ਇੱਕ ਬਿਹਤਰ ਸਮਝ ਆਉਂਦੀ ਹੈ। ਜਿਵੇਂ ਤੁਸੀਂ ਕਿਸੇ ਸਮਾਜ ਨੂੰ ਸਮਝਣਾ ਵਾ ਤਾਂ ਤੁਸੀਂ ਉਹਦਾ ਲਿਟਰੇਚਰ ਪੜ੍ਹੇ ਬਿਨਾਂ ਸਮਝ ਨਹੀਂ ਸਕਦੇ, ਉਹਦੇ ਗਾਣੇ ਸੁਣੇ ਬਿਨਾਂ ਸਮਝ ਨਹੀਂ ਸਕਦੇ ਹੈਗੇ। ਉੱਥੇ ਉਹਦਾ ਯੂਥ ਕੀ ਪੜ੍ਹ ਰਿਹਾ, ਕੀ ਸੋਚ ਰਿਹਾ, ਕਿਹਨੂੰ ਸੁਣ ਰਿਹਾ, ਕਿਸ ਤਰ੍ਹਾਂ ਦੀ ਫਿਲਮ ਦੇਖ ਰਿਹਾ, ਠੀਕ ਹੈ, ਉਸ ਨੂੰ ਸੁਣੇ ਸਮਝੇ ਬਿਨਾਂ ਤੁਸੀਂ ਉਸ ਸੁਸਾਇਟੀ ਦੀ ਇੱਕ ਜਿਹੜੀ ਬਿਗ ਪਿਕਚਰ ਹੈ ਉਹਨੂੰ ਤੁਸੀਂ ਬਿਲਡ ਨਹੀਂ ਕਰ ਸਕਦੇ ਹੈਗੇ। ਇਸ ਕਰਕੇ ਰੈਵੋਲੂਸ਼ਨਰੀਜ਼ ਜਿਹੜੇ ਹੁੰਦੇ ਆ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਹੁੰਦੀ ਆ ਉਹਦੇ ਵੱਲ ਧਿਆਨ ਦਿੰਦੇ ਆ, ਠੀਕ ਹੈ, ਉਹਨੂੰ ਕੰਜ਼ਿਊਮ ਕਰਨ ਦੀ ਕੋਸ਼ਿਸ਼ ਕਰਦੇ ਆ। ਉਸੇ ਪਾਸੇ ਜਿਹੜਾ ਪੋਲੀਟੀਸ਼ੀਅਨ ਹੁੰਦਾ ਵਾ ਉਹ ਕੰਜ਼ਿਊਮ ਕਰਦਾ ਵੋਟਸ, ਉਹ ਕੰਜ਼ਿਊਮ ਕਰਦਾ ਮਨੀ। ਵੋਟ ਕੰਜ਼ਿਊਮ ਕਰਕੇ ਪਾਵਰ ਚਾਹੁੰਦਾ ਅਤੇ ਉਹੀ ਜਿਹੜਾ ਪਾਵਰ ਆ ਉਹਦੇ ਇਨਫਲੂਐਂਸ ਦੇ ਨਾਲ ਉਹ ਮਨੀ ਅਰਨ ਕਰਦਾ ਵਾ, ਠੀਕ ਹੈ। ਸੋ ਪੋਲੀਟੀਸ਼ੀਅਨਸ ਇੱਦਾਂ ਹੁੰਦਾ। ਪੋਲੀਟੀਸ਼ੀਅਨਸ ਯੂ ਵਿਲ ਸੀ ਮੋਸਟ ਆਫ ਦਾ ਪੋਲੀਟੀਸ਼ੀਅਨਸ, ਠੀਕ ਹੈ, 90% ਆਫ ਦਾ ਪੋਲੀਟੀਸ਼ੀਅਨਸ ਯੂ ਕੈਨ ਸੇ ਕਿ ਉਹਨਾਂ ਨੂੰ
ਬਹੁਤ ਜ਼ਿਆਦਾ ਜਿਹੜੇ ਸਮਾਜਿਕ ਫੈਕਟਰ ਹੁੰਦੇ ਆ ਉਹਨਾਂ ਬਾਰੇ ਪਤਾ ਨਹੀਂ ਹੁੰਦਾ। ਜੇ ਤੁਸੀਂ ਇਹ ਚੀਜ਼ ਟੈਸਟ ਕਰਨੀ ਹੈ ਤਾਂ ਕਿਸੇ ਪੋਲੀਟੀਸ਼ੀਅਨ ਨੂੰ ਇਹ ਪੁੱਛ ਲਿਓ ਕਿ ਉਹਨਾਂ ਦਾ ਫੇਮਸ ਪੇਂਟਰ ਕਿਹੜਾ ਵਾ, ਉਹਨਾਂ ਨੂੰ ਕਿਸੇ ਨੌਨ ਪੋਲੀਟੀਕਲ ਇਨਫੋਰਮੇਸ਼ਨ ਬਾਰੇ ਗੱਲ ਕਰ ਲਿਓ, ਠੀਕ ਹੈ, ਕਿਸੇ ਹੋਰ ਆਈਡੀਓਲੋਜੀ ਬਾਰੇ ਗੱਲ ਕਰ ਲਿਓ, ਕਿਸੇ ਫਿਲਾਸਫਰ ਬਾਰੇ ਗੱਲ ਕਰ ਲਿਓ, ਦੇ ਵੋਂਟ ਬੀ ਏਬਲ ਟੂ ਆਨਸਰ ਦੀਸ ਕੁਐਸਚਨਸ ਵੈਰੀ ਵੈਲ। ਉਹਨਾਂ ਕੋਲ ਆਨਸਰ ਸਿਰਫ ਉਹ ਗੱਲ ਦਾ ਹੁੰਦਾ ਜਿਹੜਾ ਉਹਨਾਂ ਦੀ ਪੋਲੀਟੀਕਲ ਡਿਬੇਟ ਦੇ ਨਾਲ ਰਿਲੇਟਡ ਹੋਵੇ। ਇਸ ਤੋਂ ਬਾਅਦ ਉਹਨਾਂ ਕੋਲ ਕੋਈ ਕਿਸੇ ਚੀਜ਼ ਦਾ ਆਨਸਰ ਨਹੀਂ ਹੁੰਦਾ। ਇਸੇ ਕਰਕੇ ਤੁਸੀਂ ਪੋਲੀਟੀਸ਼ੀਅਨ ਵੀ ਦੇਖੋਗੇ ਤਾਂ ਉਹ ਜਿਹੜੀਆਂ ਉਹਨਾਂ ਦੀਆਂ ਐਗਜ਼ਾਮਪਲ ਵੀ ਹੁੰਦੀਆਂ ਵਾ ਉਹ ਪੋਲੀਟਿਕਸ ਤੋਂ ਇੰਸਪਾਇਰ ਹੋ ਕੇ ਪੋਲੀਟਿਕਸ ਤੱਕ ਮੁੱਕ ਜਾਂਦੀਆਂ ਵਾ। ਉਹਨਾਂ ਕੋਲ ਉਹ ਪੋਲੀਟਿਕਸ ਤੋਂ ਬਾਹਰ ਦੀ ਕੋਈ ਐਗਜ਼ਾਮਪਲ ਨਹੀਂ ਹੁੰਦੀ। ਇਸੇ ਕਰਕੇ ਅ ਲੋਟ ਆਫ ਦ ਪੀਪਲ ਡੋਂਟ ਕਨੈਕਟ ਵਿਦ ਦ ਪੋਲੀਟੀਸ਼ੀਅਨਸ। ਇਸੇ ਕਰਕੇ ਜਦੋਂ ਆਪਾਂ ਜਿਹੜੇ ਕਰੰਟ CM ਉਹਨਾਂ ਦੀ ਗੱਲ ਕਰਦੇ ਹਾਂ ਤਾਂ ਉਹ ਲੋਕਾਂ ਵਿੱਚ ਇੰਨੇ ਪੋਪੂਲਰ ਕਿੱਦਾਂ ਹੋਏ, ਬਿਕੋਜ਼ ਜਿਹੜੇ ਉਹ ਜਿੱਦਾਂ ਦੀ ਉਹ ਸਪੀਚ ਕਰਦੇ ਸੀ, ਜਿੱਦਾਂ ਦੀ ਗੱਲ ਕਰਦੇ ਸੀ, ਇਟ ਵਾਜ਼ ਓਲ ਆਊਟਸਾਈਡ ਦਾ ਪੋਲੀਟਿਕਸ। ਸਾਰੀ ਪੋਲੀਟਿਕਸ ਤੋਂ ਬਾਹਰ ਦੀ ਗੱਲ ਸੀਗੀ। ਐਗਜ਼ਾਮਪਲਸ, ਸਟੋਰੀਜ਼, ਉਹ ਪੋਲੀਟਿਕਸ ਤੋਂ ਬਾਹਰ ਦੀਆਂ ਗੱਲਾਂ ਹੁੰਦੀਆਂ ਸੀਗੀਆਂ। ਇਸ ਕਰਕੇ ਲੋਕ ਉਹਨਾਂ ਨਾਲ ਕਨੈਕਟ ਕਰਦੇ ਸੀਗੇ। ਜਿਹੜੇ ਮੋਸਟ ਆਫ ਦਾ ਪੋਲੀਟੀਸ਼ੀਅਨਸ ਨੇ ਉਹਨਾਂ ਕੋਲ ਇਹ ਸਕਿੱਲ ਨਹੀਂ ਹੁੰਦੀ ਹੈਗੀ, ਪਰ ਮਾਨ ਸਾਹਿਬ ਕੋਲ ਸ਼ਾਇਦ ਇਸ ਕਰਕੇ ਬਿਕੋਜ਼ ਉਹ ਪਹਿਲਾਂ ਕਲਾਕਾਰ ਸੀ, ਠੀਕ ਹੈ। ਅਤੇ ਕਲਾਕਾਰ ਦੇ ਵਿੱਚ ਇੱਕ ਛੋਟਾ ਜਿਹਾ ਰੈਵੋਲੂਸ਼ਨਰੀ ਛੁਪਿਆ ਹੁੰਦਾ। ਜਿੰਨਾ ਤੱਕ ਕਲਾਕਾਰ ਦੇ ਵਿੱਚ ਰੈਵੋਲੂਸ਼ਨਰੀ ਨਾ ਹੋਵੇ ਉਹਨਾਂ ਤੱਕ ਜਿਹੜਾ ਕਲਾਕਾਰ ਆ ਉਹ ਵਧੀਆ ਕਲਾਕਾਰ ਨਹੀਂ ਬਣ ਸਕਦਾ, ਬਿਕੋਜ਼ ਰੈਵੋਲੂਸ਼ਨਰੀ ਚੈਲੰਜ ਕਰਦਾ ਇੱਕ ਚੀਜ਼ ਨੂੰ, ਅਤੇ ਕਲਾਕਾਰ ਜਿੰਨਾ ਤੱਕ ਚੈਲੰਜ ਨਹੀਂ ਕਰਦਾ ਹੈਗਾ ਉਹਦੇ 'ਚੋਂ ਵਾਓ ਫੈਕਟਰ ਮਿਸਿੰਗ ਹੁੰਦਾ ਵਾ, ਠੀਕ ਹੈ। ਰੈਵੋਲੂਸ਼ਨਰੀ ਦੀ ਕੀ ਹੁੰਦੀ ਹੈ ਕਿ ਉਹ ਲੋਕਾਂ ਦੇ ਨਾਲ, ਲੋਕਾਂ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਦਾ ਵਾ। ਉਹਦਾ ਰੀਜ਼ਨ ਕੀ ਹੁੰਦਾ ਵਾ ਕਿ ਜਿਹੜਾ ਰੈਵੋਲੂਸ਼ਨਰੀ ਐਂਡ ਆਫ ਦਾ ਡੇ ਉਹ ਲੋਕਾਂ ਵਾਸਤੇ ਕੰਮ ਕਰਦਾ। ਹੀ ਇਜ਼ ਨਾਟ ਵਰਕਿੰਗ ਫॉर ਹਿਮਸੈਲਫ, ਹੀ ਇਜ਼ ਵਰਕਿੰਗ ਅਗੇਂਸਟ ਦ ਸਿਸਟਮ ਫॉर ਦ ਪੀਪਲ। ਅਤੇ ਉਹਦੇ ਵਾਸਤੇ ਉਹਦਾ ਲੋਕਾਂ ਦੇ ਵਿੱਚ, ਆਮ ਲੋਕਾਂ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੁੰਦਾ ਵਾ, ਠੀਕ ਹੈ, ਤਾਂ ਕਿ ਉਹ ਲੋਕਾਂ ਨਾਲ ਕਨੈਕਟ ਕਰ ਸਕੇ, ਲੋਕਾਂ ਨੂੰ ਆਪਣੀ ਗੱਲ ਸਮਝਾ ਸਕੇ। ਕਿਉਂਕਿ ਜਿਹੜੀ ਰੈਵੋਲੂਸ਼ਨ ਹੈ ਉਹ ਉਹਨਾਂ ਤੱਕ ਨਹੀਂ ਹੁੰਦੀ ਜਿੰਨਾ ਤੱਕ ਲੋਕ ਜਾਗਦੇ ਨਹੀਂ ਹੈਗੇ। ਜਿਹੜਾ ਪੋਲੀਟੀਸ਼ੀਅਨ ਹੈ ਇਸ ਤੋਂ ਕੰਪਲੀਟਲੀ ਆਪੋਜ਼ਿਟ ਹੁੰਦਾ। ਪੋਲੀਟੀਸ਼ੀਅਨ ਆਪਣੇ ਇੱਕ ਜਿਹੜਾ ਉਹਦਾ ਬਣਾਇਆ ਚੱਕਰਵਿਊਹ ਹੁੰਦਾ ਉਹਦੇ ਵਿੱਚ ਹੀ ਰਹਿੰਦਾ, ਕਿਉਂਕਿ ਉਹਨੂੰ ਪਤਾ ਕਿ ਉਹਦੇ ਵਿੱਚ ਹੀ ਸੇਫ ਆ, ਉਹਦੇ ਵਿੱਚ ਹੀ ਪ੍ਰੋਟੈਕਟਡ ਹੈ। ਉਸ ਚੱਕਰਵਿਊਹ ਤੋਂ ਸਿਰਫ ਬਾਹਰ ਉਦੋਂ ਆਉਂਦਾ ਵਾ ਜਦੋਂ ਉਹਨੇ ਵੋਟਸ ਲੈਣੀਆਂ ਹੋਣ, ਜਦੋਂ ਉਹਦੀ ਆਪਣਾ ਲਾਲਚ ਹੋਵੇ। ਪੋਲੀਟੀਸ਼ੀਅਨਸ ਹੋਰ ਤੁਸੀਂ ਇੱਕ ਗੱਲ ਦੇਖੋਗੇ, ਪੋਲੀਟੀਸ਼ੀਅਨ ਕਦੇ ਬਹੁਤ ਘੱਟ, ਰੇਅਰਲੀ ਦੇਖੋਗੇ ਕਿਸੇ ਨੂੰ ਕੋਟ ਕਰਦੇ ਆ। ਪੁਰਾਣਾ ਜਿਹੜਾ ਰੀਸੈਂਟ ਪੁਆਇੰਟ ਆ ਕਿ ਉਹ ਇਨਫੋਰਮੇਸ਼ਨ ਕੰਜ਼ਿਊਮ ਨਹੀਂ ਕਰਦੇ, ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ ਇਹ ਹੈ ਕਿ ਸ਼ਾਇਦ ਪੋਲੀਟੀਸ਼ੀਅਨਸ 'ਚ ਇੱਦਾਂ ਹੁੰਦਾ ਕਿ ਭਾਈ ਤੁਹਾਡੇ ਵਾਸਤੇ ਮੈਂ ਹੀ ਵਧੀਆ ਵਾਂ, ਸੋ ਜੇ ਉਹ ਕਿਸੇ ਨੂੰ ਕੋਟ ਕਰੂਗਾ ਉੱਥੇ ਸ਼ਾਇਦ ਇੱਦਾਂ ਨਾ ਆਵੇ ਕਿ ਯਾਰ ਵੀ ਆਹ ਬੰਦਾ ਤਾਂ ਇਸ ਤੋਂ ਮਹਾਨ ਹੋ ਗਿਆ ਜਾਂ ਆਹ ਬੰਦਾ ਇਸ ਤੋਂ ਵੱਡਾ ਹੋ ਗਿਆ। ਪੋਲੀਟੀਸ਼ੀਅਨ ਹਮੇਸ਼ਾ ਇਹੀ ਟਰਾਈ ਕਰਦਾ ਵਾ ਕਿ ਵੀ ਜਿਸ ਪੰਡਾਲ ਦੇ ਵਿੱਚ ਉਹ ਖੜਾ ਉਹਦੇ ਵਿੱਚ ਸਭ ਤੋਂ ਬਿਹਤਰ ਉਹ ਲੱਗੇ, ਠੀਕ ਹੈ। ਇਸੇ ਕਰਕੇ ਤੁਸੀਂ ਦੇਖੋਗੇ ਪੋਲੀਟੀਸ਼ੀਅਨ ਇੱਕ ਦੂਜੇ ਸਾਹਮਣੇ ਆਪਣਾ ਸ਼ਕਤੀ ਪ੍ਰਦਰਸ਼ਨ ਬਹੁਤ ਕਰਦੇ, ਚਾਹੇ ਇੱਕੋ ਪਾਰਟੀ ਦੇ ਵਿੱਚ ਹੋਣ। ਦੂਜੇ ਪਾਸੇ ਜਿਹੜਾ ਰੈਵੋਲੂਸ਼ਨਰੀ ਹੁੰਦਾ ਵਾ ਉਹ ਹਮੇਸ਼ਾ ਵਧੀਆ ਲੋਕਾਂ ਨੂੰ ਪੜ੍ਹ ਕੇ ਉਹਨਾਂ ਨੂੰ ਕੋਟ ਕਰਦਾ ਵਾ। ਉਹਦਾ ਰੀਜ਼ਨ ਕੀ ਹੁੰਦਾ, ਕਿਉਂਕਿ ਰੈਵੋਲੂਸ਼ਨਰੀ ਚਾਹੁੰਦਾ ਵਾ ਕਿ ਜਿਹੜੇ ਲੋਕ ਹੈ ਉਹ ਹਰ ਇੱਕ ਚੀਜ਼ ਦਾ ਫੈਕਟ ਚੈੱਕ ਕਰਨ, ਈਵਨ ਦੋ ਉਹ ਆਪ ਵੀ ਚਾਹੁੰਦਾ ਕਿ ਹਰ ਇੱਕ ਚੀਜ਼ ਦਾ ਫੈਕਟ ਚੈੱਕ ਕੀਤਾ ਜਾਵੇ। ਪੁਰਾਣਾ ਪੁਆਇੰਟ, ਸੋਸ਼ਲ ਐਂਡ ਇੰਡੀਵਿਜੂਅਲ ਪ੍ਰੋਬਲਮ। ਜਿੰਨਾ ਤੱਕ ਫੈਕਟ ਚੈੱਕ ਨਹੀਂ ਹੋਊਗਾ ਉਹਨਾਂ ਤੱਕ ਲੋਕ ਅੰਨੇ ਭਗਤ ਨਹੀਂ ਬਣਨਗੇ। ਜਿੰਨਾ ਤੱਕ ਅੰਨੇ ਭਗਤ ਨਹੀਂ ਬਣਨਗੇ ਤਾਂ ਇੱਕ ਇੰਡੀਵਿਜੂਅਲ ਗੋਡ ਫੈਕਟਰ ਆ ਜਿਹੜਾ, ਠੀਕ ਹੈ, ਉਹ ਸਮਾਜ 'ਚੋਂ ਮਿਸਿੰਗ ਰਹੂਗਾ। ਅਤੇ ਜਿੰਨਾ ਤੱਕ ਉਹ ਸਮਾਜ 'ਚੋਂ ਮਿਸਿੰਗ ਰਹੂਗਾ ਅਸੀਂ ਕਿਸੇ ਅਨਵਾਂਟਡ ਜਾਂ ਅਨਡਿਜ਼ਰਵਿੰਗ ਬੰਦੇ ਨੂੰ ਰੱਬ ਨਹੀਂ ਬਣਾਵਾਂਗੇ। ਹੋਰ ਜਿਹੜੇ ਰੈਵੋਲੂਸ਼ਨਰੀਜ਼ ਹੁੰਦੇ ਆ ਨਾ, ਇਹਨਾਂ ਨੂੰ ਸਿਰਫ ਇੱਕ ਚੀਜ਼ ਤੋਂ ਡਰ ਹੁੰਦਾ, ਉਹ ਚੀਜ਼ ਹੁੰਦੀ ਹੈ ਇੱਕ ਮੀਨਿੰਗਲੈਸ ਡੈਥ ਤੋਂ, ਠੀਕ ਹੈ। ਮੀਨਿੰਗਲੈਸ ਡੈਥ ਕੀ ਹੁੰਦੀ ਹੈ ਕਿ ਇੱਦਾਂ ਹੀ ਅੰਨੀ ਬਹਾਦਰੀ ਦੇ ਵਿੱਚ ਮਰ ਜਾਣਾ। ਇਹ ਉਹਨਾਂ ਤੱਕ ਮੌਤ ਤੋਂ ਡਰਦੇ ਜਿੰਨਾ ਤੱਕ ਇਹਨਾਂ ਨੂੰ ਪਤਾ ਹੁੰਦਾ ਕਿ ਇਹਨਾਂ ਦੀ ਜਿਹੜੀ ਮੌਤ ਹੈ ਉਹਦੀ ਕੋਈ ਕੰਸਟਰਕਟਿਵ ਆਊਟਕਮ ਨਹੀਂ ਹੈਗੀ, ਕੋਈ ਪੋਜ਼ੀਟਿਵ ਆਊਟਕਮ ਨਹੀਂ ਹੈਗੀ। ਜਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹਨਾਂ ਦੀ ਜਿਹੜੀ ਡੈਥ ਹੈ ਉਹਦੇ ਨਾਲ ਇੱਕ ਪੋਜ਼ੀਟਿਵ ਆਊਟਕਮ ਆ ਸਕਦੀ ਹੈ, ਤਾਂ ਉਦੋਂ ਫਿਰ ਇਹ ਜਾਨ ਦੇਣ ਦੀ ਪਰਵਾਹ ਨਹੀਂ ਕਰਦੇ, ਉਦੋਂ ਫਿਰ ਅੱਗੇ ਹੋ ਕੇ ਇਹ ਮਰਦੇ ਆ। ਜਿਹੜਾ ਪੋਲੀਟੀਸ਼ੀਅਨ ਹੁੰਦਾ ਵਾ ਇਹ ਲਾਈਫ ਰਿਸਕ ਨਹੀਂ ਕਰਦਾ ਹੈਗਾ, ਠੀਕ ਹੈ।
ਤੇ ਨਾ ਇਹ ਆਪਣੀ ਕੁਰਸੀ ਰਿਸਕ ਕਰਦਾ। ਇਹ ਕੁਰਸੀ ਸਿਰਫ ਉਦੋਂ ਰਿਸਕ ਕਰਦਾ ਜਦੋਂ ਇਹਨੂੰ ਪਤਾ ਹੋਊਗਾ ਕਿ ਹਾਂ ਵੀ ਹੁਣ ਮੈਂ ਕੁਰਸੀ ਛੱਡ ਦਾਂ ਤਾਂ ਕਿ ਕੱਲ੍ਹ ਮੈਨੂੰ ਇਹ ਕੁਰਸੀ ਦੁਬਾਰਾ ਮਿਲ ਸਕੇ। ਠੀਕ ਹੈ, ਅਤੇ ਲਾਈਫ ਤਾਂ ਇਹਨੇ ਰਿਸਕ ਹੀ ਕਾਹਤੇ ਕਰਨੀ ਹੈ, ਕਿਉਂਕਿ ਆਲ ਦ ਮਨੀ ਦ ਪੋਲੀਟੀਸ਼ੀਅਨ ਹੈਜ਼ ਕਲੈਕਟਡ ਉਹਨੂੰ ਕੰਜ਼ਿਊਮ ਵੀ ਕਰਨਾ ਵਾ, ਉਹਨੂੰ ਇੰਜੋਏ ਵੀ ਕਰਨਾ ਵਾ। ਸੋ ਇਸ ਕਰਕੇ ਜਦੋਂ ਤੁਸੀਂ ਪੁੱਛੋਗੇ ਕਿਸੇ ਪੋਲੀਟੀਸ਼ੀਅਨ ਤੋਂ ਕਿ ਵੀ ਇਸ ਪੁਆਇੰਟ 'ਤੇ ਜਾਂ ਉਸ ਪੁਆਇੰਟ 'ਤੇ ਤੁਹਾਡੇ ਕੋਲ ਮੌਕਾ ਸੀ, ਤੁਸੀਂ ਸ਼ਹੀਦ ਕਾਹਤੇ ਨਹੀਂ ਹੋਏ, ਤਾਂ ਦੈਨ ਹੀ ਵੁੱਡ ਕਮ ਅਪ ਵਿਦ ਡਿਫਰੈਂਟ ਸੋਰਟ ਆਫ ਆਈਡੀਆਜ਼ ਐਂਡ ਡਿਫਰੈਂਟ ਸੋਰਟ ਆਫ ਬਹਾਨੇ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਨਾ, ਕਿ ਬਹਾਨੇ ਘੜੂਗਾ ਕਿ ਇੱਦਾਂ ਹੋ ਗਿਆ ਸੀ, ਆਹ ਹੋ ਗਿਆ ਸੀ, ਦਿਸ ਹੋ ਗਿਆ ਸੀ, ਦੈਟ ਹੋ ਗਿਆ ਸੀ। ਈਵਨ ਤੁਸੀਂ ਦੇਖੋ, ਕਦੇ ਤੁਸੀਂ ਕਿਸੇ ਪੋਲੀਟੀਸ਼ੀਅਨਸ ਨੂੰ ਆਪਣੇ ਆਪ ਨੂੰ ਜਿੱਡਾ ਵੱਡਾ ਮਰਜ਼ੀ ਰੈਵੋਲੂਸ਼ਨਰੀ ਕਹਿੰਦਾ ਹੋਵੇ, ਉਹਦੀ ਜੇਲ੍ਹ 'ਚ ਡੈਥ ਨਹੀਂ ਹੋਈ ਹੈਗੀ। ਠੀਕ ਹੈ ਨਾ, ਕਦੇ ਜਿਹੜਾ ਕੋਈ ਪੋਲੀਟੀਸ਼ੀਅਨ ਹੈ ਵੀ ਲੋਕਾਂ ਵਾਸਤੇ ਮਰ ਗਿਆ ਹੋਵੇ। ਠੀਕ ਹੈ, ਜਦੋਂ ਕਿਸੇ ਪੋਲੀਟੀਸ਼ੀਅਨ ਦੀ ਅਸਾਸੀਨੇਸ਼ਨ ਹੁੰਦੀ ਹੈ, ਉਹ ਲੋਕ ਤੰਗ ਆ ਕੇ ਉਹਦੀ ਅਸੈਸੀਨੇਸ਼ਨ ਕਰਦੇ ਆ ਜਾਂ ਤੰਗ ਆ ਕੇ ਉਹਦੀ ਜਾਨ ਲਈ ਜਾਂਦੀ ਹੈ, ਜੇ ਉਹਨੇ ਕਿਸੇ ਪਰਟੀਕੂਲਰ ਵਰਗ ਨੂੰ ਦੁਖੀ ਕੀਤਾ ਹੋਵੇ, ਪਰੇਸ਼ਾਨ ਕੀਤਾ ਹੋਵੇ। ਠੀਕ ਹੈ, ਯੂ ਕੈਨ ਲੁੱਕ ਅਰਾਊਂਡ ਦ ਗਲੋਬ, ਅ ਲੋਟ ਆਫ ਪੋਲੀਟੀਸ਼ੀਅਨਸ ਹੈਜ਼ ਬਿਨ ਅਸਾਸੀਨੇਟਡ। ਜਿੱਦਾਂ ਹੁਣ ਸ਼ਿੰਜ਼ੋ ਆਬੇ ਜਾਪਾਨ ਦੇ ਜਿਹੜੇ ਐਕਸ ਪ੍ਰਾਈਮ ਮਿਨਿਸਟਰ ਸੀ, ਅਤੇ ਉਹਨਾਂ ਦੀ ਡੈਥ ਹੋਈ ਸੀ। ਹੀ ਵਾਜ਼ ਅਸਾਸੀਨੇਟਡ। ਉਹ ਕੋਈ ਬੰਦਾ ਪਰੇਸ਼ਾਨ ਸੀ, ਹੀ ਡਿਡਨਟ ਲਾਈਕ ਹਿਜ਼ ਪੋਲਿਸੀਜ਼ ਐਂਡ ਆਲ ਦੈਟ, ਸੋ ਹੀ ਸ਼ੋਟ ਹਿਮ ਡੈਡ। ਸੋ ਬਹੁਤ ਤੁਹਾਨੂੰ ਘੱਟ ਮਿਲਣਗੇ ਕਿ ਜਿਹੜੇ ਲੋਕਾਂ ਵਾਸਤੇ ਜਾਂ ਰੈਵੋਲੂਸ਼ਨਰੀ ਵੇ ਦੇ ਵਿੱਚ ਜਿਨ੍ਹਾਂ ਦੀ ਅਸੈਸੀਨੇਸ਼ਨ ਹੋਈ ਹੋਵੇ ਜਾਂ ਡੈਥ ਹੋਈ ਹੋਵੇ। ਉਹ ਜਦੋਂ ਵੀ ਉਹਨਾਂ ਦੀ ਡੈਥ ਹੁੰਦੀ ਹੈ, ਉਹਦੇ ਪਿੱਛੇ ਇੱਕ ਪਰਟੀਕੂਲਰ ਵਰਗ ਹੋਊਗਾ ਜਾਂ ਪਰਸਨ ਹੋਊਗਾ ਜਿਹੜਾ ਉਹਨਾਂ ਦੇ ਨਾਲ ਕਿਸੇ ਗੱਲ 'ਤੇ ਲੈ ਕੇ ਸਹਿਮਤ ਨਹੀਂ ਸੀ, ਐਂਡ ਦੈਨ ਹੀ ਕਿਲਸ ਹਿਮ। ਠੀਕ ਹੈ, ਮਗਰ ਉਹਦੇ ਵਿੱਚ ਕੋਈ ਰੈਵੋਲੂਸ਼ਨ ਇਨਵੋਲਵ ਨਹੀਂ ਹੁੰਦੀ ਹੈਗੀ। ਇੱਦਾਂ ਨਹੀਂ ਹੁੰਦਾ ਹੈਗਾ ਕਿ ਯਾਰ ਵੀ ਹੀ ਚੋਜ਼ ਟੂ ਬੀ ਡਾਈ ਔਨ ਦੈਟ ਪੁਆਇੰਟ, ਹੈ ਨਾ। ਉਹ ਅਨਵਿਲਿੰਗਲੀ, ਅਨਕੌਂਸ਼ੀਅਸਲੀ ਉੱਥੇ ਉਹਦੀ ਡੈਥ ਹੁੰਦੀ ਹੈ। ਜਦੋਂ ਕਿਸੇ ਪੋਲੀਟੀਸ਼ੀਅਨਸ ਨੂੰ ਪਤਾ ਲੱਗ ਗਿਆ, ਪੋਲੀਟੀਸ਼ੀਅਨ ਨੂੰ ਪਤਾ ਲੱਗ ਜਾਂਦਾ ਕਿ ਬਾਈ ਮਾਈ ਡੈਥ ਇਜ਼ ਨੀਅਰ, ਦੈਨ ਉਹਦੇ ਆਸੇ ਪਾਸੇ ਸਿਕਿਉਰਿਟੀ ਬਹੁਤ ਵੱਧ ਜਾਂਦੀ ਹੈ। ਤੁਸੀਂ ਕੋਈ ਵੀ ਪੋਲੀਟੀਸ਼ੀਅਨ ਦੇਖਿਓ, ਮਾੜਾ ਧੀੜਾ ਵੀ ਦੇਖਿਓ, ਉਹਦੇ ਆਸੇ ਪਾਸੇ ਪੁਲਿਸ ਬਹੁਤ ਹੋਊਗੀ। ਐਂਡ ਦੈਟ ਇਜ਼ ਬਿਕੋਜ਼ ਹੀ ਇਜ਼ ਸਕੇਅਰਡ ਟੂ ਡਾਈ, ਬਿਕੋਜ਼ ਜਿਹੜੀ ਉਹਦੇ ਕੋਲ ਪਾਵਰ ਆਈ ਹੁੰਦੀ ਹੈ, ਉਹਨੂੰ ਪਤਾ ਹੁੰਦਾ ਕਿੰਨੀ ਮੁਸ਼ਕਲ ਦੇ ਨਾਲ ਉਹਦੇ ਕੋਲ, ਕਿੰਨੀ ਤਸ਼ੱਦਦ ਕਰਨ ਤੋਂ ਬਾਅਦ ਉਹਨੂੰ ਉਹ ਪਾਵਰ ਮਿਲੀ ਹੈ। ਸੋ ਹੀ ਡੋਂਟ ਵਾਂਟ ਟੂ ਗਿਵ ਅਪ ਦੈਟ। ਇਹ ਸਾਰੇ ਪੁਆਇੰਟ ਨੇ, ਤੁਸੀਂ ਕੌਮੈਂਟ ਕਰਕੇ ਦੱਸ ਸਕਦੇ ਹੋ ਤੁਹਾਨੂੰ ਕਿੱਦਾਂ ਲੱਗੇ। ਇਫ ਯੂ ਥਿੰਕ ਐਨੀ ਆਫ ਦੋਜ਼ ਪੁਆਇੰਟ ਇਜ਼ ਰੋਂਗ, ਦੈਨ ਇਟਸ ਓਕੇ। ਇਹ ਮੇਰੀ ਪਰਸਨਲ ਅਸੈਸਮੈਂਟ, ਪਰਸਨਲ ਐਕਸਪੀਰੀਅੰਸ ਤੋਂ ਦੱਸ ਰਿਹਾ ਮੈਂ। ਇਹ ਕੋਈ ਯਥਾਰਥ ਨਹੀਂ ਹੈਗਾ ਵੀ ਇਹ ਸਾਰਾ ਸਹੀ ਹੋਣਾ ਜਾਂ ਸਾਰਾ ਗਲਤ ਹੀ ਹੋਣਾ। Do let me know if you agree with these points. If you don't agree with these points, always positive criticism ਕਰੋ। ਐਂਡ ਜੇ ਤੁਹਾਨੂੰ ਲੱਗਦਾ ਕਿ ਮੈਂ ਕੋਈ ਪੁਆਇੰਟ ਮਿਸ ਕਰਤਾ ਵਾ, ਤਾਂ do let me know। ਤੁਸੀਂ ਹਜੇ ਤੱਕ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈਗਾ, ਤੁਹਾਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਤਾਂ ਕਿ ਇੱਦਾਂ ਦੇ ਜਿਹੜੀਆਂ ਯੂਨੀਕ ਵੀਡੀਓਜ਼ ਨੇ ਹੋਰ ਆਉਂਦੀਆਂ ਰਹਿਣ। ਥੈਂਕ ਯੂ।